ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਦੁੱਖ ਵੇਲੇ ਸੰਸਾਰ ਵਿੱਚ ਭਾਣਾ ਮੰਨਣਾ, ਗੁਰੂ ਸਾਹਿਬ ਦਾ ਹੁਕਮ ਮੰਨਣਾ ਬੜਾ ਔਖਾ ਲੱਗਦਾ ਆ। ਸੁੱਖ ਵੇਲੇ ਤਾਂ ਸਾਰੇ ਮੰਨ ਸਕਦੇ ਨੇ। It's very easy to accept the will of God when it's the time of peace, the time of happiness. But it's very, very difficult when it's a difficult time, when your surrounding is uncertain, when you're facing death. ਪਰ ਪਿਆਰਿਓ, ਦੁੱਖ ਵੇਲੇ ਤੇ ਸੁੱਖ ਵੇਲੇ ਇੱਕ ਰਸ ਵਿੱਚ ਰਹਿਣਾ, ਪਰਮਾਤਮਾ ਦੇ ਰੰਗ ਵਿੱਚ ਜੁੜੇ ਰਹਿਣਾ, ਇਹਨੂੰ ਭਗਤੀ ਕਹਿੰਦੇ ਨੇ। ਇੱਕ ਭਗਤੀ ਦਾ ਫਲ ਆ ਪਿਆਰਿਓ। ਜਿੱਦਾਂ ਆਪਾਂ ਗੁਰਬਾਣੀ ਵਿੱਚ ਪੜ੍ਹਦੇ ਹਾਂ, ਹਰ ਜੋ ਕਿਛ ਕਰੇ ਸੋ ਹਰ ਕਿਆ ਭਗਤਾ ਪਾਇਆ, ਜਨ ਨਾਨਕ ਹਉਮੈ ਮਾਰ ਸਮਾਇਆ। ਇਹ ਅਸਲ ਵਿੱਚ ਇੱਕ ਬੜੀ ਉੱਚੀ ਅਵਸਥਾ ਦਾ ਜ਼ਿਕਰ ਆ। ਹਰੀ ਦੇ ਭਗਤਾਂ ਨੂੰ ਪਰਮਾਤਮਾ ਜੋ ਕਰਦਾ ਆ ਉਹ ਭਾ ਜਾਂਦਾ, ਅਤੇ ਜੋ ਹਿਰਦੇ ਨੂੰ ਭਾ ਗਿਆ ਉਹਨੂੰ ਆਪਾਂ ਭਾਣਾ ਕਹਿ ਦਿੰਦੇ ਹਾਂ। These words that we use, hukum and pana, God's will, sometimes it confuses us. It puts us into a place to think that if everything is in God's will, then why is such a difficult and bad time happening with me? Why am I struggling? Is it free will or is it destiny? Do I control what's about to happen, ਪਿਆਰਿਓ? ਪਰ ਸੱਚੀ ਗੱਲ ਆ, those that fall in love with ਗੁਰੂ ਸਾਹਿਬ, ਜਿਨ੍ਹਾਂ ਨੂੰ ਪਰਮਾਤਮਾ ਦਾ ਭਾਣਾ, ਪਰਮਾਤਮਾ ਦਾ ਹੁਕਮ ਚੰਗਾ ਲੱਗਣ ਲੱਗ ਪਿਆ, ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦੀ ਹਉਮੈ ਚੁਕਾ ਕੇ, ਹਉਮੈ ਮਾਰ ਕੇ ਤੇ ਆਪਸ ਵਿੱਚ ਉਹਨਾਂ ਨੂੰ ਸੰਭਾਲ ਦਿੱਤਾ। They become one, ਇੱਕਮਿਕ ਹੋ ਜਾਣਾ। ਪਰ ਪਿਆਰਿਓ, ਇਹ ਇੱਕ ਅਵਸਥਾ ਤੱਕ ਪਹੁੰਚਣ ਵਾਸਤੇ ਬਹੁਤ ਮਿਹਨਤ ਦੀ ਲੋੜ ਪੈਂਦੀ ਆ, ਬਹੁਤ ਘਾਲਣੀ ਪੈਂਦੀ ਆ। So when we speak about this state of mind, it involves a lot of effort being put in, continuous effort. I just want to look at the examples of Guru Angad Dev Ji Sache Paatshah. That time when Guru Angad Dev Ji Maharaj came into the sharan of Guru Nanak Dev Ji Sache Paatshah, dedicated their entire life, dedicated their entire ਜੀਵਨ to doing ਸੇਵਾ। ਜਦੋਂ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਜੀ ਨੇ ਅੱਧੀ ਰਾਤ ਨੂੰ ਕਿਹਾ ਕਿ ਕੱਪੜੇ ਧੋਣੇ ਆ, ਤੇ ਗੁਰੂ ਅੰਗਦ ਦੇਵ ਜੀ ਨੇ 7 ਬਚਨ ਕਰਕੇ ਮੰਨਿਆ, ਘਾਲਣਾ ਘਾਲੀ, ਭਾਣਾ ਮੰਨਿਆ, ਹੁਕਮ ਮੰਨਿਆ। ਪਿਆਰਿਓ, ਪਹਿਲਾਂ ਜਦੋਂ ਆਪਾਂ ਹੁਕਮ ਮੰਨਦੇ ਆ ਨਾ, ਇਹ ਹੈ ਜੋ ਸਾਨੂੰ ਆਖਿਆ ਜਾਂਦਾ ਕਿ 7 ਬਚਨ ਹੀ ਹੋ ਕਰਕੇ ਮੰਨ ਲੈਣਾ। We accept exactly what is being told us, the physical command of Guru Sahib to do this or to not do this. That's the first stage of accepting hukum, accepting pana, staying in God's will, living inside of Guru Sahib Sache Paatshah's will, to let go of the intellect of the mind. Man ki mat tyago ho har jan, hukum booj sukh paiyai re, jo prabh kare soi pal man ho, ਸੁੱਖ ਦੁੱਖ ਉਹੀ ਧਿਆਈਐ ਰੇ। ਸੱਚੀ ਗੱਲ ਆ, whether it's pain or whether it's pleasure, ਮਨ ਦੀ ਮੱਤ ਤਿਆਗਣਾ, to let go of the intellect of your mind, it's very difficult. Your mind has a desire, ਮਨ ਦੀਆਂ ਵਾਸ਼ਨਾਵਾਂ ਹੁੰਦੀਆਂ ਨੇ। ਮਨ ਆਖ ਰਿਹਾ ਆ ਕਿ ਨਹੀਂ, ਕਿ ਸੰਸਾਰ ਦੇ ਵਿੱਚ ਮੇਰੀ ਕਦਰ ਹੋਣੀ ਚਾਹੀਦੀ ਹੈ, ਮੇਰੀ ਕੋਈ ਇੱਜ਼ਤ ਹੈ, ਮੈਂ ਸੁੱਖ ਆਰਾਮ ਵਿੱਚ ਜੀਵਾਂ, ਮੈਂ ਆਪਣੀ ਮਨ ਦੀ ਮੱਤ ਤਿਆਗ ਕੇ ਗੁਰੂ ਦੀ ਮੱਤ ਕਿਉਂ ਮੰਨਾਂ? ਇਹ ਤਾਂ ਬੜੀ ਔਖੀ ਲੱਗਦੀ ਹੈ। ਇਟਸ ਵੈਰੀ ਡਿਫਿਕਲਟ ਟੂ ਐਕਸੈਪਟ ਦਿਸ। ਪਰ ਪਿਆਰਿਓ, ਜਦੋਂ ਆਪਾਂ ਗੁਰੂ ਅੰਗਦ ਦੇਵ ਜੀ ਸੱਚੇ ਪਾਤਸ਼ਾਹ ਜੀ ਵੱਲ ਤੱਕੀਏ, ਉਹਨਾਂ ਨੇ ਭਾਵੇਂ ਕਣਕ ਨੂੰ ਅੱਗ ਲਾਉਣੀ, ਭਾਵੇਂ ਗੰਦੇ ਪਾਣੀ ਵਿੱਚ ਜਾ ਕਰਕੇ ਉਹਨਾਂ ਨੇ ਚੀਜ਼ ਵਾਪਸ ਲਿਆਉਣੀ। ਗੁਰੂ ਸਾਹਿਬ ਨੇ ਜਦੋਂ ਹੁਕਮ ਕੀਤਾ ਕਿ ਰਾਤ ਕਦੋਂ ਸਮਾਪਤ ਹੋਵੇਗੀ, ਸੂਰਜ ਕਦੋਂ ਚੜ੍ਹੇਗਾ, ਅਤੇ ਉਹਨਾਂ ਨੇ ਉਸ ਪ੍ਰੇਮ ਵਿੱਚ ਆ ਕਰਕੇ, ਉਸ ਰਸ ਵਿੱਚ ਉਹਨਾਂ ਨੇ ਬੋਲਿਆ ਕਿ ਸੱਚੇ ਪਾਤਸ਼ਾਹ ਤੁਹਾਡੇ ਹੱਥ ਵਿੱਚ ਸਾਰਾ ਕੁਛ ਹੀ ਆ,
ਜਦੋਂ ਤੁਸੀਂ ਚਾਹੋ ਸੂਰਜ ਚੜ੍ਹ ਜਾਵੇਗਾ, ਜੇ ਤੁਸੀਂ ਚਾਹੋ ਹਮੇਸ਼ਾ ਵਾਸਤੇ ਰਾਤ ਹੀ ਹੋਈ ਰਹੇਗੀ ਤੇ ਰਾਤ ਹੀ ਹੋਵੇਗੀ। If you, Guru Nanak Dev Ji Sache Paatshah, no matter what difficult times you tell me, whatever difficult tasks you put me towards, I'm willingly going to accept everything that you tell me to do. And all of this, the entire creation is within your hands. It's all within your hands. If we look at the loving conversations between Guru Amar Das Ji Sache Paatshah and Guru Angad Dev Ji ਪਿਆਰਿਓ, ਤੀਸਰੀ ਪਾਤਸ਼ਾਹੀ ਜੀ ਨੇ ਵੀ ਉਹੀ ਘਾਲਣਾ ਘਾਲੀ। ਜਦੋਂ ਆਪਾਂ ਚੌਥੇ ਪਾਤਸ਼ਾਹੀ ਵੇਲੇ ਤੱਕੀਏ ਤੇ ਗੁਰੂ ਰਾਮਦਾਸ ਜੀ ਸੱਚੇ ਪਾਤਸ਼ਾਹ ਜੀ ਨੇ ਵੀ ਜੋ ਗੁਰੂ ਦਾ ਭਾਣਾ ਆ, ਜੋ ਗੁਰੂ ਦਾ ਹੁਕਮ ਆ, 7 ਬਚਨ ਕਰਕੇ ਮੰਨਿਆ। ਆਮ ਕਰਕੇ 3 ਭੱਬੇ ਵੀ ਦੱਸੇ ਜਾਂਦੇ ਨੇ ਕਿ ਇੱਕ ਆ ਕਿ ਜੋ ਵੀ ਗੁਰੂ ਕਹਿੰਦਾ ਆ ਉਹਨੂੰ ਭਲਾ ਕਰਨਾ, ਭਲਾ ਕਹਿਣਾ, ਭਾਵ ਕਿ 7 ਬਚਨ ਹੀ ਹੋਣਾ। ਦੂਸਰਾ ਕਿ ਜੇ ਗੁਰੂ ਨੇ ਝਿੜਕਿਆ, ਸਾਡੀ ਕੋਈ ਗਲਤੀ ਨਿਕਲੀ, ਇਹ ਕਹਿ ਦੇਣਾ ਕਿ ਮੈਂ ਭੁੱਲ ਚੁੱਕਾ ਹਾਂ, ਮੈਂ ਭੁੱਲਿਆ ਹੋਇਆ ਹਾਂ। ਅਤੇ ਤੀਸਰਾ ਭੱਬਾ ਕਿ ਜੋ ਵੀ ਸੰਸਾਰ ਵਿੱਚ ਹੋ ਰਿਹਾ ਆ, ਜੋ ਵੀ ਗੁਰੂ ਕਰ ਰਿਹਾ ਆ, ਅਤੇ ਉਹਨੂੰ ਭਾਣਾ ਮੰਨ ਲੈਣਾ। ਪਿਆਰਿਓ, ਭਾਣਾ ਮੰਨਣਾ ਇੱਕ ਬੜੀ ਉੱਚੀ ਭਗਤੀ ਦੀ ਅਵਸਥਾ ਆ। ਦੁੱਖ ਅਤੇ ਸੁੱਖ ਨੂੰ ਇੱਕ ਸਮ ਕਰਕੇ ਜਾਣਨਾ। ਦੁੱਖ ਸੁੱਖ ਸਮ ਕਰ ਜਾ ਕੇ ਕੰਚਨ ਮਾਟੀ ਮਨ ਹੈ। ਜਦੋਂ ਆਪਾਂ ਗੁਰਬਾਣੀ ਸੱਚੇ ਪਾਤਸ਼ਾਹ ਵਿੱਚ ਪੜ੍ਹਦੇ ਹਾਂ, ਸੱਚੇ ਪਾਤਸ਼ਾਹ ਸਾਨੂੰ ਵਾਰ-ਵਾਰ ਇਹ ਦੱਸਦੇ ਨੇ ਕਿ ਸੰਸਾਰ ਵਿੱਚ ਕੋਈ ਦੁਬਿਧਾ ਨਹੀਂ ਦੇਖਣੀ। Don't look at the world to see 2 different things. See dirt and gold to be the same. See all of creation to be that one omnipresent Paramatma that's omnipresent, and you are the form of that bliss. And that's why when we focus on Guru Sahib Sache Paatshah with intuitive love, ਪ੍ਰੇਮ ਵਿੱਚ ਆ ਕਰਕੇ ਸਾਡੀ ਹਉਮੈ ਚੁਕਾਈ ਜਾਂਦੀ ਆ, ਮਾਰੀ ਜਾਂਦੀ ਆ, ਤਾਂ ਕਰਕੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਇਸ ਅਵਸਥਾ ਦਾ ਜ਼ਿਕਰ ਕਰਦੇ ਨੇ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਅਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਾਨੈ। ਮਿੱਟੀ ਨੂੰ ਅਤੇ ਸੋਨੇ ਨੂੰ ਇੱਕ ਕਰਕੇ ਜਾਣਨਾ। ਭਾਵ ਗੁਰੂ ਸਾਹਿਬ ਦਾ ਇਹ ਆ, ਦੁੱਖ ਅਤੇ ਸੁੱਖ ਨੂੰ, ਇਹ ਸਾਰੀਆਂ ਚੀਜ਼ਾਂ ਸਾਡੇ ਮਨ ਨਾਲ ਜੁੜੀਆਂ ਹੋਈਆਂ ਆ ਪਿਆਰਿਓ। ਸੰਸਾਰ ਵਿੱਚ ਆਪਾਂ ਜੋ ਦੇਖਦੇ ਹਾਂ ਉਹਦੇ ਨਾਲ ਆਪਾਂ ਮੋਹ ਪਾ ਕੇ ਰੱਖ ਲੈਂਦੇ ਹਾਂ। We fall in love with that thing that's in front of us. We attach ourselves to it. ਜੋ ਹੈ ਪਰ ਕੱਲ੍ਹ ਨੂੰ ਨਹੀਂ ਹੈ ਪਿਆਰਿਓ, ਉਹਨੂੰ ਆਪਾਂ ਮਾਇਆ ਆਖਦੇ ਹਾਂ। ਵਿਦਵਾਨਾਂ ਨੇ ਆਖਿਆ ਜੋ ਅੱਜ ਹੈ ਸਾਡੇ ਸਾਹਮਣੇ ਅਤੇ ਕੱਲ੍ਹ ਨੂੰ ਨਹੀਂ ਹੋਵੇਗੀ, ਇਹਨੂੰ ਆਪਾਂ ਮਾਇਆ। ਜੋ ਸਦਾ ਵਾਸਤੇ ਨਹੀਂ ਹੈ, ਸੋ ਜੋ ਥਿਰ ਨਹੀਂ ਹੈ, ਪਰ ਜਿਹੜੀ ਚੀਜ਼ ਅੱਜ ਵੀ ਹੈ, ਕੱਲ੍ਹ ਨੂੰ ਵੀ ਹੈ ਅਤੇ ਹਮੇਸ਼ਾ ਵਾਸਤੇ ਰਹੇਗੀ, ਉਹਨੂੰ ਆਪਾਂ ਪਰਮਾਤਮਾ ਜਾਣਦੇ ਹਾਂ। ਆਦਿ ਸੱਚ ਜੁਗਾਦ ਸੱਚ ਹੈ, ਭੀ ਸੱਚ ਨਾਨਕ ਹੋਸੀ ਭੀ ਸੱਚ। ਸੰਸਾਰ ਭਾਵੇਂ ਰਹੇਗਾ, 5 ਤੱਤਾਂ ਦੀ ਦੇਹ ਸਾਨੂੰ ਮਿਲੀ ਹੋਈ ਹੈ। ਸੰਸਾਰ 5 ਤੱਤਾਂ ਵਾਲਾ ਹੈ, ਬੱਦਲ ਹੈ, ਸੂਰਜ ਹੈ, ਚੰਦ ਹੈ, ਪਰ ਇੱਕ ਦਿਨ ਆਏਗਾ ਜਦੋਂ ਇਹ ਨਾ ਸੂਰਜ ਰਹੇਗਾ, ਨਾ ਚੰਦਰਮਾ ਰਹੇਗਾ, ਨਾ ਤਾਰੇ ਰਹਿਣਗੇ, ਨਾ ਧਰਤੀ ਰਹੇਗੀ, ਨਾ 5 ਤੱਤਾਂ ਦੀ ਦੇਹ ਰਹੇਗੀ, ਨਾ ਸੰਸਾਰ ਦੇ ਫੁਰਨੇ ਜਾਂ ਟਰੈਂਡ ਆ, ਇਹ ਵੀ ਪਿਆਰਿਓ ਸਾਰਾ ਕੁਝ ਨਾਲ ਚੱਲ ਜਾਣਾ। ਪਰ ਜੋ ਪਰਮਾਤਮਾ ਥਿਰ ਆ, ਸਰਬ ਵਿਆਪਕ ਆ, ਸਹਿ ਭੰਗ ਆ, ਅਜੂਨੀ ਆ, ਉਸ ਪਰਮਾਤਮਾ ਦੇ ਵਿੱਚ ਲੀਨ ਹੋਣਾ ਪਿਆਰਿਓ, ਇਹਨੂੰ ਜੀਵਨ ਮੁਕਤ ਕਹਿੰਦੇ ਨੇ। ਅਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਕੋਲ ਆ ਕਰਕੇ ਇੱਕ ਸਿੱਖ ਨੇ ਪੁੱਛਿਆ ਕਿ ਗੁਰੂ ਸਾਹਿਬ ਆਪ ਜੀ ਵਾਰ-ਵਾਰ ਬਾਣੀ ਵਿੱਚ ਇਸ ਅਵਸਥਾ ਦਾ ਜ਼ਿਕਰ ਕਰਦੇ ਹੋ ਕਿ ਜੀਵਨ ਮੁਕਤ ਹੋਣਾ, ਕਿ ਕੋਈ ਹੈ ਅੱਜ ਵੀ ਜੋ ਸੰਸਾਰ ਵਿੱਚ ਜਿਉਂਦਿਆਂ ਹੀ ਪਰ ਅਧਿਆਤਮਿਕ ਤਲ 'ਤੇ ਮੁਕਤ ਹੋਵੇ। ਸਾਨੂੰ ਤਾਂ ਦੇਖਣ ਨੂੰ ਨਹੀਂ ਮਿਲਦਾ, ਬੜੀ ਦੁਬਿਧਾ ਆਉਂਦੀ ਹੈ ਪਿਆਰਿਓ। ਅੱਜ ਦੇ ਦਿਨ ਵਿੱਚ ਵੀ ਕਈਆਂ ਦੇ ਮਨਾਂ ਦੇ ਵਿੱਚ ਦੁਬਿਧਾ ਆਉਂਦੀ ਕਿ ਇਹੋ ਜਿਹੇ ਗੁਰਸਿੱਖ ਹੁੰਦੇ ਨੇ, ਇਹੋ ਜਿਹੇ ਗੁਰਮੁਖ ਪਿਆਰੇ ਹੁੰਦੇ ਨੇ ਜਿਨ੍ਹਾਂ ਦੇ ਦਰਸ਼ਨ ਕਰਕੇ ਸਾਡੇ ਮਨ ਨੂੰ ਸ਼ਾਂਤੀ ਪਵੇ। ਪਿਆਰਿਓ, ਇਹ ਮਨ ਤਪਦਾ ਆ, ਜਿਉ ਤਪਤ ਹੈ ਬਾਰੋ ਬਾਰ, ਤਪ ਤਪ ਤਪੈ ਬਹੁਤ ਬੇਕਾਰ।
ਤਾਂ ਕਰਕੇ ਜਦੋਂ ਆਪਾਂ ਇਸ ਮਨ ਨੂੰ ਸ਼ਾਂਤ ਕਰਨ ਵਾਸਤੇ ਬਾਹਰ ਤੁਰਦੇ ਹਾਂ, ਗੁਰੂ ਸਾਹਿਬ ਦੀ ਖੋਜ ਕਰਦੇ ਹਾਂ, ਸਾਧੂਆਂ ਦੀ ਖੋਜ ਕਰਦੇ ਹਾਂ, ਤੇ ਮਨ ਦੇ ਵਿੱਚ ਬੜੀਆਂ ਦੁਵਿਧਾਵਾਂ ਆਉਂਦੀਆਂ। ਪਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਅਹਿਸਾਸ ਦਿਲਾਇਆ, ਹਾਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਦਾ ਸਿਮਰਨ ਕਰਕੇ, ਆਪਣਾ ਨਿੱਜ ਸਰੂਪ ਪਛਾਣ ਕੇ ਹੀ ਤੇਰਾ ਜਿਹੜਾ ਤਪਦਾ ਮਨ ਆ, ਤਪਦਾ ਹਿਰਦਾ, ਇਹ ਸ਼ਾਂਤ ਹੋਵੇਗਾ। ਪਰ ਪਿਆਰਿਓ, it's not going to happen by just thinking about things, by just knowing about things. When you sit in the sanctuary and you go and you learn from Gursikhs that have reached this stage, then you can see for yourself. Tina dekh man chao uthanda hon kad pai gunatasa. You look at them and you say, wow, how can I become more and more like them? Guru Sikh ne puchya कि सच्चे पातशाह कि ਇਹੋ ਜਿਹੇ ਸਿੱਖ ਹੈ, ਇਹੋ ਜਿਹਾ ਕੋਈ ਗੁਰਮੁਖ ਪਿਆਰਾ ਹੈ ਮਹਾਂਪੁਰਖ ਜਿਨ੍ਹਾਂ ਦੇ ਜਾ ਕੇ ਮੈਂ ਦਰਸ਼ਨ ਕਰ ਸਕਾਂ, ਕਿ ਉਹ ਸਮ ਕਰ ਜਾ ਕੇ ਇਸ ਅਵਸਥਾ ਵਿੱਚ ਬੈਠੇ ਹੋਏ ਨੇ। ਤੇ ਗੁਰੂ ਸਾਹਿਬ ਨੇ ਉਹਨਾਂ ਨੂੰ ਭੇਜਿਆ ਭਾਈ ਭਿਖਾਰੀ ਜੀ ਕੋਲ। ਪਿਆਰਿਓ, ਜਦੋਂ ਗੁਰਸਿੱਖ ਨੇ ਜਾ ਕੇ ਭਾਈ ਭਿਖਾਰੀ ਜੀ ਦੇ ਦਰਸ਼ਨ ਕੀਤੇ, ਉਸ ਵੇਲੇ ਪਰਿਵਾਰ ਵਿੱਚ ਲੜਕੇ ਦਾ ਵਿਆਹ ਸੀ, ਸ਼ਾਦੀ ਸੀ। ਸ਼ਾਦੀ ਦੇ ਤਿਆਰੀਆਂ ਵਿੱਚ ਸਾਰਾ ਪਰਿਵਾਰ ਜਸ਼ਨ ਮਨਾ ਰਿਹਾ ਆ, ਖੁਸ਼ੀ ਮਨਾ ਰਿਹਾ ਆ, ਮਠਿਆਈ ਖਾ ਰਿਹਾ ਆ, ਕੋਈ ਨੱਚ ਰਿਹਾ ਆ, ਕੋਈ ਹੱਸ ਰਿਹਾ ਆ, ਕੋਈ ਖੇਡ ਰਿਹਾ ਆ। ਸ਼ਾਮ ਨੂੰ ਅਰਦਾਸ ਕੀਤੀ ਤੇ ਭਾਈ ਭਿਖਾਰੀ ਜੀ ਨੇ ਹੱਥ ਜੋੜ ਕਰਕੇ ਅਰਦਾਸ ਬੇਨਤੀ ਕੀਤੀ ਕਿ ਹੇ ਸੱਚੇ ਪਾਤਸ਼ਾਹ, ਇਹ ਤੇਰਾ ਸ਼ੁਕਰ ਆ, ਤੂੰ ਸੁੱਖ ਦਿੱਤਾ ਆ, ਤੇਰਾ ਸ਼ੁਕਰ ਆ। ਤੇ ਸੱਚੇ ਪਾਤਸ਼ਾਹ ਕਿਰਪਾ ਕਰੀ ਕਿ ਦੁੱਖ ਵੇਲੇ ਵੀ ਤੇ ਆਪਣਾ ਰਸ ਦੇ ਕੇ ਰੱਖੇ, ਆਪਣੇ ਚਰਨਾਂ ਨਾਲ ਜੋੜ ਕੇ ਰੱਖੇ, ਆਪਣਾ ਭਾਣਾ ਮੰਨਦਿਆਂ ਰੱਖੇ। ਅਗਲਾ ਦਿਨ ਹੋਇਆ ਪਿਆਰਿਓ, ਅਸਲ ਦੀ ਗੱਲ ਆ ਕਿ ਗੁਰਸਿੱਖਾਂ ਨੂੰ ਜੋ ਗੁਰੂ ਸਾਹਿਬ ਦਾ ਭਾਣਾ ਹੁੰਦਾ ਆ, ਜੋ ਪਰਮਾਤਮਾ ਦਾ ਭਾਣਾ ਹੁੰਦਾ, ਉਹ ਪਹਿਲਾਂ ਹੀ ਪਤਾ ਲੱਗ ਜਾਂਦਾ ਆ। They find out exactly what's going to happen before that, because the intellect, the buddhi, the state of mind, the being of the person, of the Gursikh and Paramatma has become one. Har har jandu ek hai, bib bichar kashna hai. There's no difference between them anymore. ਤੇ ਅਗਲੇ ਦਿਨ ਜਿਸ ਲੜਕੇ ਦੀ ਸ਼ਾਦੀ ਸੀ, ਜਿਸ ਲੜਕੇ ਦਾ ਵਿਆਹ ਸੀ, ਉਹ ਲੜਕਾ ਚੜ੍ਹਾਈ ਕਰ ਗਿਆ। ਤੇ ਆਮ ਕਰਕੇ ਆਪਾਂ ਸੰਸਾਰ ਵਿੱਚ ਇਹ ਸ਼ਬਦ ਵਰਤਦੇ ਹਾਂ ਕਿ ਭਾਣਾ ਵਾਪਰ ਗਿਆ, ਕਿ ਜਦੋਂ ਕੋਈ ਚੜ੍ਹਾਈ ਕਰੇ, when someone passes away, in Punjabi we use this word called pana, and we say that, oh, it was God's will that happened. Pyareo, that day Bhai Bhikhari ji, because they weren't wavered, they weren't enticed by the happiness, so na ਜਸ਼ਨ ਮਨਾ ਰਹੇ ਸੀ, ਬਾਕੀਆਂ ਨਾਲੋਂ ਬਸ ਆਰਾਮ ਨਾਲ ਇੱਕ ਰਸ ਵਿੱਚ ਆਪਣਾ ਕੰਮ ਕਰ ਰਹੇ ਸੀ। ਅਗਲੇ ਦਿਨ ਵਿੱਚ ਵੀ ਉਹਨਾਂ ਨੇ ਨਾ ਰੋਸ ਮਨਾਇਆ, ਨਾ ਰੋਏ, ਨਾ ਦੁੱਖ ਮਨਾਇਆ, ਬਸ ਉਸੇ ਰਸ ਵਿੱਚ ਉਹਨਾਂ ਨੇ ਅਰਦਾਸ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ, ਇਹ ਤੇਰਾ ਭਾਣਾ ਸੀ ਤੇ ਇਸ ਭਾਣੇ ਦੇ ਵਿੱਚ ਤੂੰ ਆਪਣਾ ਰਸ ਬਖਸ਼ੀ, ਤੇਰੇ ਚਰਨਾਂ ਨਾਲ ਜੋੜੀ ਰੱਖੀ। ਤੇ ਜਦੋਂ ਗੁਰਸਿੱਖ ਨੇ ਜਾ ਕਰਕੇ ਭਾਈ ਭਿਖਾਰੀ ਜੀ ਨੂੰ ਪੁੱਛਿਆ ਕਿ ਜੇ ਆਪ ਜੀ ਨੂੰ ਕੱਲ੍ਹ ਕੋਈ ਫਰਕ ਨਹੀਂ ਸੀ, ਅੱਜ ਕੋਈ ਫਰਕ ਨਹੀਂ ਹੈ, ਤੇ ਆਪ ਇੱਕ ਰਸ ਵਿੱਚ ਕਿਵੇਂ ਬੈਠ ਸਕਦੇ ਜੇ ਆਪ ਜੀ ਨੂੰ ਪਤਾ ਹੀ ਸੀ ਕਿ ਕੱਲ੍ਹ ਨੂੰ ਆਪ ਜੀ ਲੜਕੇ ਨੇ ਚੜ੍ਹਾਈ ਕਰ ਜਾਣਾ ਆ? ਕਿ ਸੱਚੀ ਗੱਲ ਹੈ, ਆਪ ਜੀ ਨੂੰ ਪਤਾ ਸੀਗਾ? ਤੇ ਭਾਈ ਭਿਖਾਰੀ ਜੀ ਨੇ ਗੁਰਸਿੱਖ ਨੂੰ ਦੱਸਿਆ ਕਿ ਗੁਰੂ ਸਾਹਿਬ ਦੀ ਮਿਹਰ ਨਾਲ ਗੁਰੂ ਸਾਹਿਬ ਆਪ ਕੁਝ ਚੀਜ਼ਾਂ ਦਾ ਕੋਈ ਖੁਲਾਸਾ ਕਰਦੇ ਨੇ, ਦੱਸ ਦਿੰਦੇ ਨੇ ਕਿ ਗੁਰਸਿੱਖਾ ਕਿ ਇਹ ਚੀਜ਼ ਭਾਣਾ ਵਾਪਰਨ ਵਾਲੀ ਹੈ। ਡੂੰਘੇ ਤਲ 'ਤੇ ਦੇਖੀਏ ਕਿ ਸਾਰਾ ਪਰਮਾਤਮਾ ਆਪ ਹੀ ਸਰਬ ਵਿਆਪਕ ਵਰਤ ਰਿਹਾ ਆ। ਜੇ ਕੋਈ ਖੇਡ ਚੱਲ ਰਹੀ ਆ, ਉਹਦੀ ਉਹ ਵੀ ਉਹਦੇ ਭਾਣੇ ਵਿੱਚ ਹੈ। ਜਿਹੜੀ ਚੀਜ਼ ਨੂੰ ਆਪਾਂ ਅੱਜ ਫੜ ਕੇ ਬੈਠੇ ਹੋਏ ਆ, ਉਹ ਹਮੇਸ਼ਾ ਵਾਸਤੇ ਸਾਡੇ ਕੋਲ ਨਹੀਂ ਰਹਿਣੀ। It's not going to remain with us forever. And that's why we should recognize this in the moment. As soon as we grab, if we're holding on to something, that attachment is going to be the cause of our pain. ਜਿਹੜੀ ਚੀਜ਼ ਨੂੰ ਆਪਾਂ ਅੱਜ ਫੜ ਕੇ ਬੈਠੇ ਆ, ਉਸ ਚੀਜ਼ 'ਤੇ ਆਪਾਂ ਆਸ ਲਾ ਕਰਕੇ ਬੈਠੇ ਆ, ਪਰ ਇੱਕ ਦਿਨ ਉਹ ਚੀਜ਼ ਨਹੀਂ ਹੋਵੇਗੀ, ਤਾਂ ਕਰਕੇ ਆਸ ਟੁੱਟਣੀ ਆ
your support, that you're holding on to your family, your friends, the people around you, your job, your circumstances. This is what's happening today. You might be thinking we're all sitting in quarantine. ਆਪਾਂ ਸਾਰੇ ਘਰਾਂ ਦੇ ਅੰਦਰ ਬੈਠੇ ਹੋਏ ਆ ਤੇ ਕੀ ਪਤਾ ਕੱਲ੍ਹ ਨੂੰ ਕੀ ਹੋਣਾ ਆ, ਕੋਈ ਖਾਣ ਵਾਸਤੇ ਕੋਈ ਮਿਲੂਗਾ ਕਿ ਰਿਸ਼ਤੇਦਾਰਾਂ ਨੇ ਕੀ ਸੋਚਣਾ, ਸੰਸਾਰ ਦਾ ਕੀ ਬਣ ਜਾਣਾ, ਪੈਸਿਆਂ ਦਾ ਕੀ ਬਣ ਜਾਣਾ, ਕੰਮ ਕਾਰ ਦਾ ਕੀ ਬਣਨਾ। ਪਿਆਰਿਓ, in this state of uncertainty we go into this doubt। ਵਿਦਵਾਨਾਂ ਨੇ ਇਹ ਇੱਕ ਸ਼ਬਦ ਵਰਤਿਆ, ਇਹਨੂੰ ਸ਼ਬਦ ਨੂੰ ਆਪਾਂ ਕਹਿੰਦੇ ਆ ਅਭਿਨਿਵੇਸ਼। ਇਹ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਆ ਜਿਹਦਾ ਅਰਥ ਇਹ ਹੈ ਕਿ ਮੌਤ ਦਾ ਅਤੇ ਭਵਿੱਖ ਆਉਣ ਵਾਲੇ ਸਮੇਂ ਦਾ ਭੈ ਰੱਖਣਾ। ਇਹਨੂੰ ਇੱਕ ਪੰਜਵਾਂ ਰੂਪ ਕਲੇਸ਼ ਵੀ ਮੰਨਿਆ ਜਾਂਦਾ। ਆਉਣ ਵਾਲੇ ਭਵਿੱਖ ਦੇ ਸਮੇਂ ਦਾ ਅਤੇ ਮੌਤ ਦਾ ਭੈ ਰੱਖਣਾ। ਪਿਆਰਿਓ, we are always in this state of uncertainty. We are fearing our death and nobody wants us to talk about death. ਆਮ ਕਰਕੇ ਪਰਿਵਾਰਾਂ ਵਿੱਚ ਕਹੋ ਕਿ ਮੌਤ ਬਾਰੇ ਗੱਲ ਕਰੋ, ਸਾਰੇ ਕਹਿੰਦੇ ਨਹੀਂ, ਇੱਦਾਂ ਦੀਆਂ ਗੱਲਾਂ ਨਹੀਂ ਕਰੀਦੀਆਂ, ਚੰਗੀਆਂ ਚੀਜ਼ਾਂ ਬਾਰੇ ਗੱਲਾਂ ਕਰੀਦੀਆਂ। ਪਰ ਪਿਆਰਿਓ, ਜਿਹੜੀ ਅਟੱਲ ਸੱਚਾਈ ਹੈ, you cannot turn your face away from it। ਉਸ ਚੀਜ਼ ਤੋਂ ਮੂੰਹ ਮੋੜਿਆ ਨਹੀਂ ਜਾ ਸਕਦਾ। ਤਾਂ ਕਰਕੇ ਉਸ ਗੁਰਸਿੱਖ ਨੂੰ ਭਾਈ ਭਿਖਾਰੀ ਜੀ ਦੇ ਦਰਸ਼ਨ ਕਰਕੇ ਇਹ ਸਮਝ ਆ ਚੁੱਕੀ ਕਿ ਅਵਸਥਾ ਜੀਵਨ ਮੁਕਤ ਹੋਣਾ, ਇਹਦਾ ਮਤਲਬ ਕੀ ਆ। ਮਨ ਕੀ ਮਤ ਤਿਆਗੋ ਹਰ ਜਨ, ਮਨ ਕੀ ਮਤ ਤਿਆਗੋ ਹਰ ਜਨ, ਹੁਕਮ ਬੂਝ ਸੁਖ ਪਾਈਐ ਰੇ, ਜੋ ਪ੍ਰਭ ਕਹੈ ਸੋਈ ਭਲ ਮਾਨੋ, ਸੁਖ ਦੁੱਖ ਉਹੀ ਧਿਆਈਐ ਰੇ। ਤਾਂ ਕਰਕੇ ਪਿਆਰਿਓ, ਇਹ ਮੇਰੀ ਬੇਨਤੀ ਆ ਕਿ ਆਪਾਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸਿਮਰਨ ਕਰਕੇ ਆਪਾਂ ਇਸ ਅਵਸਥਾ, ਅਡੋਲ ਅਵਸਥਾ ਤੱਕ ਪਹੁੰਚੀਏ, ਤਾਂ ਕਰਕੇ ਸਾਡਾ ਮਨ ਵੀ ਸ਼ਾਂਤ ਹੋ ਸਕੇ। ਜੋ ਹੈ ਤੇ ਹਮੇਸ਼ਾ ਵਾਸਤੇ ਨਹੀਂ ਰਹੇਗਾ, ਉਹਨੂੰ ਆਪਾਂ ਮਾਇਆ ਕਹਿੰਦੇ ਆ। ਪਰ ਜੋ ਹਮੇਸ਼ਾ ਵਾਸਤੇ ਰਹੇਗਾ, ਜੋ ਅਟੱਲ ਸੱਚਾਈ ਹੈ, ਉਹਨੂੰ ਆਪਾਂ ਪਰਮਾਤਮਾ ਰੂਪ ਕਹਿੰਦੇ ਆ। ਅਸਲ ਗੱਲ ਇਹ ਆ ਕਿ ਪਹਿਲਾਂ ਸੇਵਾ ਸਿਮਰਨ ਕਰਕੇ, ਗੁਰੂ ਨੂੰ ਸਮਰਪਿਤ ਹੋ ਕਰਕੇ, ਹਉਮੈ ਜਦੋਂ ਮਾਰੀ ਜਾਂਦੀ ਆ, ਭਗਤ ਰਵਿਦਾਸ ਜੀ ਇਹ ਆਪਣੀ ਬਾਣੀ ਵਿੱਚ ਦੱਸ ਦਿੰਦੇ ਨੇ ਕਿ ਉਹ ਅਵਸਥਾ ਕਿਹੋ ਜਿਹੀ ਹੈ। ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ, ਅਨਲ ਅਗਮ ਜੈਸੇ ਲਹਿਰ ਮੈਂ ਉਦਦ, ਜਲ ਕੇਵਲ ਜਲ ਮਾਹੀ। ਜਿਵੇਂ ਸਮੁੰਦਰ ਵਿੱਚੋਂ ਕੋਈ ਲਹਿਰ ਉੱਠਦੀ ਆ, ਲਹਿਰ ਉੱਠਦਿਆਂ ਸਾਰ ਸੰਸਾਰ ਉਸ ਲਹਿਰ ਨੂੰ ਦੇਖ ਕਰਕੇ ਇਹ ਕਹਿ ਰਿਹਾ ਆ ਕਿ ਇਹ ਲਹਿਰ ਵੱਖਰੀ ਹੈ ਤੇ ਸਮੁੰਦਰ ਵੱਖਰਾ ਆ। ਲਹਿਰ ਦਾ ਇੱਕ ਨਾਮ ਪੈ ਜਾਂਦਾ। ਲਹਿਰ ਜ਼ਿਆਦਾ ਵੱਡੀ ਹੋ ਜਾਵੇ, ਆਪਾਂ ਸੁਨਾਮੀ ਕਹਿ ਦਿੰਦੇ ਹਾਂ, ਬਹੁਤ ਵੱਡੀ ਲਹਿਰ ਆ ਜਾਵੇ। ਅਨਲ ਅਗਮ ਜੈਸੇ ਲਹਿਰ ਮੈਂ ਉਦਦ, ਜਲ ਕੇਵਲ ਜਲ ਮਾਹੀ। ਖਿਨ ਮਾਤਰ ਉਹ ਲਹਿਰ ਵੱਖਰੀ ਲੱਗਦੀ ਆ, ਪਰ ਅਸਲ ਵਿੱਚ ਹੈ ਜਲ ਹੀ ਆ। ਪਹਿਲਾਂ ਵੀ ਜਲ ਸੀ, ਬਾਅਦ ਵਿੱਚ ਵੀ ਜਲ ਆ। ਤੇ ਭਗਤ ਰਵਿਦਾਸ ਜੀ ਕਹਿ ਰਹੇ ਨੇ ਕਿ ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ। ਜਿੰਨਾ ਚੱਕਰ ਮੇਰੀ ਹਉਮੈ ਹੈ, ਮੇਰੀ ਮਤ ਹੈ, ਮੈਂ ਆਪਣੇ ਆਪ ਨੂੰ ਵਿੱਚ ਪਾ ਕਰਕੇ ਸੰਸਾਰ ਵੱਲ ਦੇਖ ਰਿਹਾ ਹਾਂ, ਉਹਨਾਂ ਚੱਕਰ ਤੇਰਾ ਸ਼ੁੱਧ ਸਰੂਪ, ਤੇਰਾ ਆਨੰਦ ਸਰੂਪ ਨਹੀਂ ਹੈ। ਮੈਂ ਭਾਣਾ ਨਹੀਂ ਮੰਨ ਸਕੂੰਗਾ। I won't be able to accept your ਭਾਣਾ, live in your will, this blessed will, ਕਿ whatever you do, ਜੋ ਕੁਛ ਕਰੇ, whatever you say that you want to do, whatever is going on in the world, I accept it to be a beautiful game of yours। ਪਿਆਰਿਓ, ਇਹ ਇੱਕ ਐਗਜ਼ਾਮਪਲ ਸਾਧੂਆਂ ਨੇ ਦਿੱਤਾ ਆ ਕਿ ਉਸ ਅਵਸਥਾ ਕਿਹੋ ਜਿਹੀ ਹੈ ਕਿ ਜਿਵੇਂ ਇੱਕ ਸੰਸਾਰ ਘੁੰਮਦਾ ਹੋਵੇ, ਹਵਾ ਘੁੰਮਦੀ ਹੋਵੇ, ਜਿਹਨੂੰ ਆਪਾਂ ਅੰਗਰੇਜ਼ੀ ਵਿੱਚ ਟੋਰਨੇਡੋ ਕਹਿ ਦਿੰਦੇ ਹਾਂ। ਜੇ ਟੋਰਨੇਡੋ ਘੁੰਮਦਾ ਹੋਵੇ, if a tornado is spinning around you again and again, a hurricane is spinning around you, ਤੂਫਾਨ ਆ ਰਿਹਾ ਆ, there is a hurricane that's spinning around you, tornado is spinning, but you are in the exact center। ਤੁਸੀਂ ਵਿਚਾਲੇ ਵਿੱਚ ਬੈਠੇ ਹੋਏ ਆ, ਜਿੱਥੇ ਕੋਈ ਹਵਾ ਨਹੀਂ, ਕੋਈ ਹਲਚਲ ਨਹੀਂ, ਆਲੇ ਦੁਆਲੇ ਘੁੰਮਦੀ ਆ ਹਵਾ, ਪਰ ਸੈਂਟਰ ਦੇ ਵਿੱਚ ਬਿਲਕੁਲ ਸ਼ਾਂਤੀ ਹੈ। If you are able to look at the world as this spinning tornado, ਸੰਸਾਰ ਘੁੰਮ ਰਿਹਾ ਆ, ਖੇਡ ਵਰਤ ਰਹੀ ਆ, and in this ਖੇਡ you look at the world
and you can say Vismad Nad, Vismad Ji, Vismad Ped. You can look upon the world and ਤੁਸੀਂ ਉਸ ਭਾਵੇਂ ਦੁੱਖ ਦਾ ਵੇਲਾ ਭਾਵੇਂ ਸੁੱਖ ਦਾ ਵੇਲਾ ਉਹ ਗੁਰਮੁਖਾਂ ਦੀ ਅਵਸਥਾ ਇਹ ਆ ਕਿ ਉਸ ਸੰਸਾਰ ਦੀ ਖੇਡ ਨੂੰ ਦੇਖਦੇ ਕਿ ਵਿਸਮਾਦ ਹੀ ਹੋਈ ਜਾਂਦੇ ਰਹਿੰਦੇ ਨੇ। ਹਮ ਬਿਸਮ ਭਾਈ ਆਪਾਂ ਸੰਸਾਰ ਨੂੰ ਦੇਖ ਕੇ ਤੇ ਉਹ ਵਿਸਮਾਦ ਦੀ ਅਵਸਥਾ ਵਿੱਚ ਗੁਰਮੁਖ ਚਲੇ ਜਾਂਦੇ ਨੇ, ਪਰ ਆਪ ਅਡੋਲ ਸ਼ਾਂਤ ਨੇ ਕਿਉਂਕਿ ਉਸ ਮਨ ਦੇ ਵਿੱਚ ਨਾ ਮੈਲ ਆ, ਨਾ ਹਉਮੈ ਆ, ਨਾ ਕੋ ਕਾਲਖ ਆ, ना आपदी मत आ। प्यारियो जब हम होते तब तू नाही, अब तू ही मैं नाही। प्यारियो हुण तू ही आ परमात्मा, ना मैं आ, ना मेरी हौमै, ना मेरे फुरने ने, तां करके जो तू करदा यही पाना आ, यही मैनू मिठा लग रहा आ। सानू जो संसार विच हो रहा तां नहीं मिठा लग रहा क्योंकि आपां आपदी होंद विच पा करके रखी हुई है जिहड़ी हमेशा वास्ते नहीं रहेगी। मेरे रिश्तेदार, मेरे भैन भरा, मेरा नाम, मेरा शरीर, प्यारिओ जिन्ना चक्कर आपां इह मन दी मत नहीं त्याग सकते ते इह किवें त्यागी जा सकदी है? ਇਹ ਉਦੋਂ ਤਿਆਗੀ ਜਾ ਸਕਦੀ ਹੈ ਜਦੋਂ ਆਪਾਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਨਾਮ ਦਾ ਜਾਪ ਕਰਾਂਗੇ, ਸਿਮਰਨ ਕਰਾਂਗੇ, ਇਹ ਭਗਤੀ ਕਰਾਂਗੇ, ਗੁਰੂ ਸਾਹਿਬ ਦੀ ਸ਼ਰਨ ਵਿੱਚ ਜਾ ਕੇ ਸਮਰਪਿਤ ਹੋਵਾਂਗੇ, ਸਾਧੂਆਂ ਦੀ ਸੰਗਤ ਵਿੱਚ ਜਾ ਕਰਕੇ ਆਪਾਂ ਸੇਵਾ ਕਰਾਂਗੇ, ਨਿਸ਼ਕਾਮ ਸੇਵਾ ਕਰਾਂਗੇ। There is no difference there anymore and you get to reach this avastha. And Bhai Pakhari ji and these Gurmukhs, they're sitting at this stage. They're sitting at this avastha where they can see if the world is spinning all around you and you are in the absolute center. You are not wavering. This world that's spinning around you today, it might be spinning around you tomorrow, but one day the wind will settle and you realize you weren't a part of this wind to begin with. ਤੁਸੀਂ ਹਵਾ ਦੇ ਵਿੱਚ ਹੈ ਹੀ ਨਹੀਂ ਸੀ ਸ਼ੁਰੂ ਤੋਂ ਲੈ ਕਰਕੇ, ਆਪ ਜੀ ਪਹਿਲਾਂ ਵੀ ਅਡੋਲ ਆ, ਹੁਣ ਵੀ ਅਡੋਲ ਆ ਤੇ ਹਮੇਸ਼ਾ ਵਾਸਤੇ ਅਡੋਲ ਰਵਾਂਗੇ। ਇਹ ਆਪਣਾ ਨਿਜ ਸਰੂਪ ਪਛਾਣਨਾ, ਮਨ ਤੋਂ ਜੋਤ ਸਰੂਪ ਹੈ ਜਿੱਦਾਂ ਆਪਾਂ ਗੁਰਬਾਣੀ ਵਿੱਚ ਪੜ੍ਹਦੇ ਹਾਂ ਪਿਆਰਿਓ। ਪਰ ਇੱਕ ਮੈਂ ਇੱਥੇ ਜ਼ਿਕਰ ਕਰਾਂ ਕਿ ਇੱਕ ਹੁੰਦਾ ਅੰਬ ਦਾ ਰਸ ਜਾਣਨਾ, ਅੰਬ ਨੂੰ ਜਾਣਨਾ, ਤੇ ਇੱਕ ਅੰਬ ਬਾਰੇ ਜਾਣਨਾ। Let me give this example. I want to say this thing here, that there's one thing to know the mango, to know the experience and the taste of the mango, and there's a different thing to know about the mango. ਅੰਬ ਬਾਰੇ ਜਾਣਨਾ ਕਿ ਉਹ ਅੰਬ ਦਾ ਰੰਗ ਕੀ ਆ, ਉਹਦਾ ਰੂਪ ਕੀ ਆ, ਉਹਦਾ weight ਕਿੰਨਾ ਆ, ਉਹ ਕਿਹੜੇ ਦਰਖਤ ਤੋਂ ਲੱਗਦਾ ਆ, ਕਿਹੜੇ ਸੀਜ਼ਨ ਵਿੱਚ ਲੱਗਦਾ ਆ, ਕਿੰਨਾ ਕੁ ਜੂਸ ਨਿਕਲਦਾ ਆ, ਅੰਦਰੋਂ ਕਿਹੋ ਜਿਹਾ ਰੰਗ ਆ, ਕਿੰਨੇ ਬਣ ਸਕਦੇ ਨੇ, ਕਿਹੜੇ ਸੰਸਾਰ ਵਿੱਚ ਕਿਹੜੀਆਂ ਕਿਹੜੀਆਂ ਥਾਵਾਂ ਤੋਂ ਮਿਲਦੇ ਨੇ। ਪਿਆਰਿਓ ਇਹ ਅੰਬ ਬਾਰੇ ਜਾਣਨਾ ਆ। ਪਰ ਇੱਕ ਉਹ ਗੁਰਮੁਖ ਆ ਭਾਵੇਂ ਅੰਬ ਬਾਰੇ ਜਾਣੇ ਜਾਂ ਨਾ ਜਾਣੇ, ਪਰ ਉਹ ਅੰਬ ਨੂੰ ਜਾਣਦਾ, ਅੰਬ ਦੇ ਰਸ ਨੂੰ ਜਾਣਦਾ ਆ। ਪਿਆਰਿਓ ਇਹ ਅਵਸਥਾ ਨੂੰ ਵਿੱਚ ਪਹੁੰਚ ਕੇ ਜੀ ਅੰਬ ਨੂੰ ਜਾਣ ਲਿਆ, ਅੰਬ ਦੇ ਰਸ ਨੂੰ ਜਾਣ ਲਿਆ, ਪਰਮਾਤਮਾ ਦੇ ਰਸ ਨੂੰ ਜਾਣ ਲਿਆ, ਨਾ ਕਿ ਪਰਮਾਤਮਾ ਕਿੱਥੇ ਰਹਿੰਦਾ ਆ, ਕੀ ਕਰਦਾ ਆ, ਕਿੰਨੀਆਂ ਫਿਲਾਸਫੀਆਂ ਉਸ ਬਾਰੇ। ਪਿਆਰੇ ਉਹ ਚੀਜ਼ਾਂ ਜਾਣਨੀਆਂ ਮਨ ਦੀਆਂ ਦੁਬਿਧਾਵਾਂ ਦੂਰ ਕਰ ਸਕਦੀਆਂ ਨੇ। ਇਹਨੂੰ ਆਪਾਂ ਗਿਆਨ ਕਹਿ ਦਿੰਦੇ ਤੇ ਦੂਸਰੀ ਆਪਾਂ ਅਨੁਭਵ ਦੀ ਗੱਲ ਕਰਦੇ ਹਾਂ ਕਿ ਅੰਦਰੋਂ ਪ੍ਰਕਾਸ਼ ਆਪ ਹੋਣਾ, ਅੰਦਰੋਂ ਹਉਮੈ ਮਿਟ ਜਾਣੀ। ਦੂਸਰੀਆਂ ਚੀਜ਼ਾਂ ਹਾਂ ਸੰਸਾਰਕ ਦੁਬਿਧਾਵਾਂ ਦੂਰ ਕਰ ਸਕਦੀਆਂ ਨੇ, ਪਰ ਉਹ ਚੀਜ਼ਾਂ ਦਾ ਕੋਈ ਫਾਇਦਾ ਨਹੀਂ ਜੇ ਅੰਬ ਦਾ ਰਸ ਹੀ ਨਹੀਂ ਚੱਖਿਆ, ਜੇ ਪਰਮਾਤਮਾ ਦਾ ਰਸ ਹੀ ਨਹੀਂ ਚੱਖਿਆ। ਪਰਮਾਤਮਾ ਦਾ ਰਸ ਚੱਖ ਕੇ ਹੀ, by tasting Paramatma, this homa is lost, and that's when you don't exist anymore. That experience is so sweet. ਉਹ ਪਰਮਾਤਮਾ ਦਾ ਰਸ ਇੰਨਾ ਮਿੱਠਾ ਹੋ ਜਾਂਦਾ ਆ ਕਿ ਸੰਸਾਰ ਦਾ ਭਾਵੇਂ ਜਿੰਨਾ ਮਰਜ਼ੀ ਦੁੱਖ ਹੋਵੇ, it doesn't matter how painful the world is, ਭਾਵੇਂ ਸਰੀਰ ਦੇ ਅੰਗ ਟੋਟੇ ਟੋਟੇ ਕੱਟ ਕੇ ਕੀਤੇ ਜਾਣ, ਕਹਾਂ ਪਇਓ ਜੋ ਤਨ ਪਇਓ ਛਿਨ ਛਿਨ, ਪ੍ਰੇਮ ਜਾਏ ਤੋ ਡਰ ਪੈ ਤੇਰੋ ਜਨ। ਕੋਈ ਫਰਕ ਨਹੀਂ ਕਿ ਸਾਡੇ ਅੰਗ ਕੱਟੇ ਜਾਣ, ਕੋਈ ਫਰਕ ਨਹੀਂ ਸਾਨੂੰ ਦੁੱਖ ਸੰਸਾਰ ਵਿੱਚੋਂ ਮਿਲੇ, ਕੋਈ ਗਾਲਾਂ ਮਿਲੇ, ਕੋਈ ਨਿੰਦਿਆ ਕਰੇ, ਕੋਈ ਉਸਤਤ ਕਰੇ। ਨਹੀਂ, ਉਸਤਤ ਨਿੰਦਾ ਦੋਹੂ ਤਿਆਗ ਹੈ। ਉਸਤਤ ਨੂੰ ਵੀ ਤਿਆਗਣਾ, ਨਿੰਦਾ ਨੂੰ ਵੀ ਤਿਆਗਣਾ। ਭਾਵ ਕਿ ਸਾਰੀਆਂ ਚੀਜ਼ਾਂ ਦੁਬਦਾਵਾਂ ਵਿੱਚ ਨੇ। ਸੰਸਾਰ ਵਿੱਚ ਸਾਰੀਆਂ ਚੀਜ਼ਾਂ ਆਪਾਂ ਦੋ ਰੂਪ ਵਿੱਚ ਦੇਖ ਸਕਦੇ ਹਾਂ, ਠੰਡ ਅਤੇ ਗਰਮੀ, ਉੱਪਰ ਅਤੇ ਥੱਲੇ, ਪਹਿਲਾਂ ਅਤੇ ਬਾਅਦ। ਇਹ ਸਾਰੀਆਂ ਚੀਜ਼ਾਂ ਦੁਬਦਾ ਵਿੱਚ ਹੈ। ਦੁਬ ਦਾ ਮਤਲਬ ਦੋ, ਦਵੈਸ਼ਪੁਣਾ।
ਪਰ ਇੱਕ ਅਦਵੈਤ ਸਰੂਪ ਪਰਮਾਤਮਾ, ਸਾਡਾ ਨਿਜ ਸਰੂਪ ਅਦਵੈਤ, ਇੱਕ ਅਦਵੈਤ ਅਵਸਥਾ ਵਿੱਚ ਪਹੁੰਚਣਾ ਪਿਆਰੇ, ਉੱਥੇ ਇਹ ਭਾਣਾ ਮੰਨਿਆ ਜਾ ਸਕਦਾ। ਇਹ ਬੜਾ ਆਮ ਬੋਲੀ ਵਿੱਚ ਆਪਾਂ ਕਹਿ ਦਿੰਦੇ ਆ ਕਿ ਭਾਣਾ ਨਹੀਂ ਮਨ ਹੁੰਦਾ, ਭਾਣਾ ਮੰਨਣਾ ਚਾਹੀਦਾ ਆ, ਹੁਕਮ ਵਿੱਚ ਰਹਿਣਾ ਚਾਹੀਦਾ ਆ। ਪਿਆਰਿਓ, ਆਪ ਜੀ ਸਭ ਜਾਣਦੇ ਆ, ਕਹਿਣਾ ਹੋ ਰਿਹਾ ਅਤੇ ਉਸ ਅਵਸਥਾ ਵਿੱਚ ਪਹੁੰਚਣਾ ਗੱਲ ਹੋ ਰਿਹਾ, ਪਰ ਪਿਆਰਿਓ ਉਸ ਅਵਸਥਾ ਇੱਕ ਅਖੀਰਲੀ ਅਵਸਥਾ ਆ, ਇੱਕ ਜੀਵਨ ਮੁਕਤ ਦੀ ਹੋਣ ਦੀ ਅਵਸਥਾ ਆ, ਇੱਕ ਸਾਧੂ, ਇੱਕ ਬ੍ਰਹਮ ਗਿਆਨੀ ਦੀ ਅਵਸਥਾ ਆ, ਨਿਜ ਸਰੂਪ ਨੂੰ ਪਛਾਣਨ ਦੀ ਅਵਸਥਾ ਆ। It's the experience to know yourself, to be liberated in this world, to reach enlightenment. And that's why ਸਭ ਤੋਂ ਪਹਿਲਾਂ ਪਿਆਰਿਓ ਸੰਸਾਰ ਦੇ ਵਿੱਚ ਸੱਚ ਦੇ ਝੂਠ ਦਾ ਨਿਰਣਾ ਕਰਨਾ ਪਵੇਗਾ ਕਿ ਸੰਸਾਰ ਅਸਲ ਵਿੱਚ ਜੋ ਚਲਾਏਮਾਨ ਆ, ਜੋ ਹਮੇਸ਼ਾ ਵਾਸਤੇ ਨਹੀਂ ਆ, ਉਹ ਸਾਰੀ ਚੀਜ਼ ਦੇਖੋ, ਗੁਰੂ ਸਾਹਿਬ ਤੋਂ ਗਿਆਨ ਲਓ, ਗੁਰੂ ਸਾਹਿਬ ਤੋਂ ਪੜ੍ਹੋ, ਸਾਧੂਆਂ ਦੀ ਸ਼ਰਨ ਵਿੱਚ ਆ ਕਰਕੇ ਉਸ ਰਸ ਨੂੰ ਚੱਖੋ। ਵਿਖੇ ਬਨ ਫੀਕਾ ਤਿਆਗਰੀ ਸਖੀਏ, ਨਾਮ ਮਹਾਰਸ ਪੀਓ। ਉਹ ਸੱਚੀ ਚੀਜ਼ ਨੂੰ ਜਾਣ ਕੇ ਪਛਾਣ ਕੇ, by experiencing and tasting it, once you've experienced it, once you've tasted it, all the flavors go away। ਸੱਚ ਨੂੰ ਪਛਾਣ ਕੇ ਪਿਆਰਿਓ ਸੰਸਾਰ ਵਿੱਚੋਂ ਵਿਰਾਗ ਪੈਦਾ ਹੋਵੇਗਾ, ਸੰਸਾਰ ਵਿੱਚੋਂ ਵਿਰਾਗ ਪੈਦਾ ਹੋਵੇਗਾ ਪਿਆਰਿਓ। ਆਪਾਂ ਗੁਣ ਧਾਰਨ ਕਰਕੇ, ਅਭਿਆਸ ਕਰਕੇ, ਗੁਰੂ ਦਾ ਜਾਪ ਕਰਕੇ ਵਾਰ-ਵਾਰ, ਤੇ ਇੱਕ ਸਮਾਂ ਆਵੇਗਾ, ਭਾਵੇਂ ਉਹ ਖਿੰਨ ਹੋਵੇਗਾ, ਭਾਵੇਂ ਸਾਰੀ ਜ਼ਿੰਦਗੀ ਨਿਕਲ ਜਾਵੇਗੀ। ਗੁਰਸਿੱਖ ਦਾ ਕੰਮ ਇਹ ਨਹੀਂ ਹੈ ਕਿ ਮੈਂ ਇੰਨਾ ਪਾਠ ਕੀਤਾ, ਕਿ ਮੈਂ ਇੰਨੀ ਭਗਤੀ ਕੀਤੀ ਤੇ ਗੁਰੂ ਤੂੰ ਮੈਨੂੰ ਇੰਨਾ ਫਲ ਦੇ। ਨਹੀਂ ਪਿਆਰਿਓ, ਇਹ ਇੱਕ ਪਿਆਰ ਦਾ ਰਿਸ਼ਤਾ ਆ। ਜੇ ਗੁਰੂ ਸਾਹਿਬ ਇੱਕ ਖਿੰਨ ਵਿੱਚ ਵੀ ਸਾਰਾ ਸੰਸਾਰ ਦਾ ਭਰਮ ਦੂਰ ਕਰਕੇ ਉਸ ਪਰਮਾਤਮਾ ਵਿੱਚ ਸਮਾ ਸਕਦਾ ਹੈ ਆਪ ਜੀ ਨੂੰ, ਪਰ ਜੇ ਮਨ ਦੇ ਵਿੱਚ ਕੋਈ ਮੈਲ ਹੈ, ਜੋ ਕੋਈ ਕਰਮ ਹੈ ਪਿਆਰਿਓ, ਬੜਾ ਸਮਾਂ ਵੀ ਲੱਗ ਸਕਦਾ। ਇਹ ਜਨਮਾਂ ਦੀ ਖੇਡ ਆ। ਜੇ ਆਪਾਂ ਅੱਜ ਹੀ ਗੁਰੂ ਦੀ ਵਿਚਾਰ ਕਰ ਰਹੇ ਹਾਂ ਪਿਆਰਿਓ, ਆਪਾਂ ਨੂੰ ਇਹ ਸਮਝਣਾ ਚਾਹੀਦਾ ਸਾਡੇ ਉੱਪਰ ਬੜੀ ਗੁਰੂ ਸਾਹਿਬ ਦੀ ਮਿਹਰ ਹੈ। ਗੁਰੂ ਸਾਹਿਬ ਸਾਡੇ ਕੰਨਾਂ ਦੇ ਵਿੱਚ ਇਹ ਕਥਾ ਵਿਚਾਰ ਪਾ ਰਹੇ ਨੇ। ਆਪਾਂ ਗੁਰੂ ਦੇ ਦਰਸ਼ਨ ਕਰ ਸਕਦੇ ਹਾਂ, ਆਪਾਂ ਵਿਚਾਰ ਕਰ ਸਕਦੇ ਹਾਂ ਪਿਆਰਿਓ। ਤਾਂ ਕਰਕੇ ਇਹ ਬੇਨਤੀ ਹੈ ਕਿ ਆਪਾਂ ਇਹ ਅਭਿਆਸ ਕਰਕੇ, ਆਪਾਂ ਸਿਮਰਨ ਕਰਕੇ, ਮਨ ਦੀ ਮਤ ਤਿਆਗ ਕੇ ਆਪਾਂ ਭਾਣਾ ਮੰਨ ਸਿੱਖੀਏ। ਇਹ ਗੁਰੂ ਦੇ ਪਿਆਰ ਵਿੱਚ ਆਪਾਂ ਜੁੜੀਏ। ਸੁਣ ਸਾਖੀ ਮਨ ਜਪ ਪਿਆਰ। ਮੈਂ ਇਹ ਬੇਨਤੀ ਹਮੇਸ਼ਾ ਕਰਦਾ, ਸਿੱਖ ਦਾ ਫਰਜ਼ ਆ ਰੋਜ਼ ਕੀਰਤਨ ਤੇ ਕਥਾ ਸੁਣਨਾ, ਰੋਜ਼, ਨਾ ਕਿ ਇੱਕ ਸੁਣਨੀ, ਦੋਨੇ, ਕੀਰਤਨ ਤੇ ਕਥਾ। ਤੇ ਨਾਲ ਦੀ ਨਾਲ ਕੀਰਤਨ ਦੇ ਕਥਾ ਤੇ ਨਾਲ ਦੀ ਨਾਲ ਘੱਟੋ ਘੱਟ ਗੁਰੂ ਨਾਨਕ ਦੇਵ ਜੀ ਤੋਂ ਲੈ ਕਰਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਸਾਡਾ ਇਤਿਹਾਸ ਦਾ ਪਤਾ ਹੋਵੇ। ਤੇ ਜੇ ਇਹ ਨਹੀਂ ਤਾਂ ਵੱਧ ਤੋਂ ਵੱਧ ਭਗਤ ਕਬੀਰ ਜੀ ਤੋਂ ਲੈ ਕੇ ਧਰੂ ਪ੍ਰਹਿਲਾਦ ਤੋਂ ਲੈ ਕਰਕੇ ਅੱਜ ਦੇ ਦਿਨ ਤੱਕ ਸਾਰੇ ਸਿੱਖਾਂ ਦਾ ਇਤਿਹਾਸ ਪਤਾ ਹੋਣਾ ਚਾਹੀਦਾ ਪਿਆਰਿਓ। ਇਹ ਸਾਧੂਆਂ ਦੇ ਬਚਨ ਨੇ ਕਿ ਜੇ ਕੋਈ ਸਾਰੇ ਗੁਰੂ ਸਾਹਿਬਾਂ ਦਾ ਇਤਿਹਾਸ ਪੂਰੀ ਸ਼ਰਧਾ ਵਿੱਚ ਇਤਿਹਾਸ ਸੁਣ ਲਵੇ, ਇੱਕ ਮਨ ਇੱਕ ਚਿੱਤ ਹੋ ਕੇ ਪੂਰਨ ਸ਼ਰਧਾ ਦੇ ਨਾਲ, ਤੇ ਉਹਦੀ ਹਉਮੈ ਵੀ ਤੋੜੀ ਜਾ ਸਕਦੀ ਹੈ। ਗੁਰੂ ਸਾਹਿਬ ਦੀ ਮਿਹਰ ਹੁੰਦੀ ਆ। ਸੋ ਪਿਆਰਿਓ, ਇਹ ਮੇਰੀ ਬੇਨਤੀ ਆ। ਭਾਣਾ ਭਾਵ ਕਿ ਜੋ ਦੁੱਖ ਵੇਲੇ ਜਾਂ ਸੁੱਖ ਵੇਲੇ ਉਹਦੇ ਸ਼ੁਕਰ ਵਿੱਚ ਰਹਿਣਾ, ਆਨੰਦ ਵਿੱਚ ਰਹਿਣਾ। ਭਾਵੇਂ ਦੁੱਖ ਦਾ ਵੇਲਾ, ਸੁੱਖ ਦਾ ਵੇਲਾ, ਭਾਵੇਂ ਦੁੱਖ ਆਵੇ ਸੁੱਖ ਆਵੇ, ਪਰ ਉਹਨੂੰ, ਉਸ ਮੌਕੇ ਨੂੰ ਮੰਨ ਲੈਣਾ। ਉਹ ਮੌਕਾ ਤੁਹਾਡੇ ਹਿਰਦੇ ਨੂੰ ਭਾ ਜਾਵੇ, ਗੁਰੂ ਸਾਹਿਬ ਦਾ ਹੁਕਮ ਪਾਇਆ ਜਾਵੇ। ਇਹਨੂੰ ਆਪਾਂ ਭਾਣਾ ਕਹਿੰਦੇ ਹਾਂ। ਇਹਦੇ ਹੁਕਮ ਵਿੱਚ ਹੁਕਮ ਹੈ ਬੁੱਝ ਸਮਾਵਾਂਗੇ, ਬੌੜ ਹਮ ਕਾਹੇ ਆਵਾਂਗੇ। ਫਿਰ ਸੰਸਾਰ ਦੇ ਵਿੱਚੋਂ ਆਪਾਂ ਮੁਕਤੀ ਪਾ ਲਵਾਂਗੇ ਪਿਆਰਿਓ। ਇਹੀ ਸਾਡਾ ਜੀਵਨ ਦਾ ਮਨੋਰਥ ਹੈ, ਨਾਮ ਨੂੰ ਇਕੱਠਾ ਕਰਨਾ ਅਤੇ ਗੁਰੂ ਦੇ ਨਾਲ ਪ੍ਰੇਮ ਜੋੜਨਾ। ਸੋ ਵਿਚਾਰਾਂ ਕਰਦੇ ਹਾਂ, ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਗਲਤੀਆਂ ਦਾਸ ਕੋਲੋਂ ਹੋ ਚੁੱਕੀਆਂ ਨੇ। ਆਪ ਜੀ ਅਣਜਾਣ ਬੱਚਾ ਸਮਝ ਕਰਕੇ ਮਾफ़ ਕਰ ਦੇਣਾ ਜੀ। ਸਾਰੀ ਸੰਗਤ ਗੱਜ ਵੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।